नमस्कार दोस्तों, द फैक्ट टाइम में आपका स्वागत है। सिंह डॉक्टर गुरमीत राम रहीम सिंह जिंसा व डेरा सच्चा सौदा के बारे में एक्चुअली फैक्ट जानने के लिए हम पब्लिक सर्वे कर रहे हैं और आपको दिखाते हैं डायरेक्ट कवरेज, आपको सीधी लोगों की बातचीत दिखाते हैं। नमस्कार सर। नमस्कार। क्या नाम है सर आपका? मेरा नाम केवल सिंह इंसा है। केवल सिंह जी, कितने समय से आप डेरा सच्चा सौदा को जानते हो? ਅਸੀਂ ਪੈਦਾ ਹੋਣ ਦੇ ਨਾਲ ਹੀ ਡੇਰੇ ਆ ਰਹੇ ਹਾਂ। ਮੇਰੇ ਮਾਤਾ ਪਿਤਾ ਵੀ ਪਰਮ ਪਿਤਾ ਜੀ ਸ਼ਾਹ ਸਤਨਾਮ ਜੀ ਤੋਂ ਨਾਮ ਲਿਆ ਹੋਇਆ। ਉਸ ਤੋਂ ਬਾਅਦ ਅਸੀਂ ਵੀ ਕੰਟੀਨਿਊ ਆ ਰਹੇ ਹਾਂ। किमें दा माहौल लगता है सर ਤੁਹਾਨੂੰ डेरा सच्चा सौदा ਦਾ? आज से कोई 15-20 साल पहले बहुत बेस्ट माहौल था। अब भी लोग जो है ना डेरे के साथ जुड़े हुए, वो तो बिल्कुल डेरे के साथ ही है और रहेंगे भी डेरे के साथ ही। परंतु जो दुनियादारी के लोग हैं वो समझते हैं कि ये कोई आम फ़कीर है। ये आम फ़कीर नहीं है, ये तो बहुत ही ताकतवर पहुँचे हुए फ़कीर ने। ऐसे संत जगत में बहुत कम आए और ये आए भी तो उन्होंने अपने आप को शो नहीं किया। लेकिन ये संत है, संत गुरमीत राम रहीम सिंह जी, इन्होंने इतने कारज किए, भलाई दे इतने कारज किए कि सारी दुनिया दे विच जो बुरे कर्म करने वाले सी लोग, उन्होंने तकलीफ होने लगी। जिस करके संतां दी जिहड़ी इन्होंने बहुत बुराई की, संतां नूं बुरे कारजां दे विच फसा के जेल तक पहुँचाया। परंतु अज दे समय दे विच जो हो रहा दुनिया दे विच, वो इस करके ही हो रहा है क्योंकि जो सच्चे संत हुंदे आ वो किसी नूं दोष नहीं दिंदे। ਤੁਹਾਨੂੰ ਕੀ ਲੱਗਦਾ ਸਰ, ਕੀ ਪ੍ਰਭਾਵ ਪਿਆ 3-4 ਸਾਲਾਂ 'ਚ ਜਦੋਂ ਦੇ ਸੈਂਟ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜਿੰਸਾ ਨਹੀਂ ਹੈਗੇ? ਜਦੋਂ ਦੇ ਸੰਤ ਡਾਕਟਰ ਰਾਮ ਰਹੀਮ ਸਿੰਘ ਜੀ ਜੇਲ੍ਹ ਤੱਕ ਯਾਤਰਾ ਕਰਨ ਗਏ ਆ, ਉਦੋਂ ਤੋਂ ਦੁਨੀਆ ਦੇ ਵਿੱਚ ਬਹੁਤ ਹੀ ਕੋਹਰਮ ਮਚ ਗਿਆ। ਇੱਕ ਤਰ੍ਹਾਂ ਦਾ ਦੁਨੀਆ ਬਹੁਤ ਤੰਗ ਹੈ। ਅੱਜ ਦੇ ਸਮੇਂ ਦੇ ਵਿੱਚ ਬੱਚਾ ਬੁੱਢਾ ਹਰ ਕੋਈ ਬਹੁਤ ਹੀ ਤੰਗ ਹੈ। ਜਦੋਂ ਕਿ ਸੰਤ ਇੱਥੇ ਸੀਗੇ, ਉਹ ਬਹੁਤ ਹੀ ਭਲੇ ਦੇ ਕਾਰਜ ਕਰਦੇ ਸੀ, ਲੋਕ ਜੁੜੇ ਹੋਏ ਸੀ ਨਾਲ, ਔਰ ਲੋਕ ਅੱਜ ਵੀ ਕਰ ਰਹੇ ਸੀ। ਪਰ ਸੰਤ ਮੌਜੂਦ ਸੀ ਤਾਂ ਹੋਰ ਨਵੀਂ ਤੋਂ ਨਵੀਂ ਸੇਧ ਮਿਲਦੀ ਸੀ। ਥੋੜ੍ਹੇ ਸਮੇਂ ਦੇ ਵਿੱਚ 2006 ਤੋਂ ਲੈ ਕੇ ਅੱਜ ਤੱਕ 2017 ਤੱਕ ਇਤਨੇ ਭਲਾਈ ਦੇ ਕਾਰਜ ਸ਼ੁਰੂ ਹੋਏ ਤੇ ਨੇ ਕੀਤੇ, ਔਰ ਸੰਗਤ ਨੇ ਪੂਰੀ ਦੁਨੀਆ ਨੂੰ ਦਿਖਾਤਾ ਵੀ ਕਰਮ ਧਰਮ ਵੀ ਕੋਈ ਚੀਜ਼ ਹੁੰਦੀ ਹੈ। ਸਰ ਉਹਨਾਂ ਦੇ ਉੱਤੇ ਤਾਂ ਬਹੁਤ ਸਾਰੇ ਰੋਪ ਲਗਾਏ ਜਾ ਰਹੇ ਆ। ਜਿਹੜੇ ਜਿੰਨੇ ਵੀ ਰੋਪ ਲਾਏ ਆ ਨਾ ਸੰਤਾਂ ਦੇ, ਇਹ ਬਿਲਕੁਲ ਨਜਾਇਜ਼ ਲਾਏ ਗਏ ਆ। ਜਿਵੇਂ ਇਸ ਤੋਂ ਪਹਿਲਾਂ ਵੀ ਜਿੰਨੇ ਵੀ ਸੰਤ ਆਏ ਆ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਉਸ ਤੋਂ ਵੀ ਪਹਿਲਾਂ ਜਿੰਨੇ ਵੀ ਸੰਤ ਆਏ ਆ, ਕਬੀਰ ਜੀ, ਫਰੀਦ ਜੀ, ਸਾਰਿਆਂ ਉੱਤੇ ਦੋਸ਼ ਲਾਏ ਗਏ। ਦੋਸ਼ ਉਹਨਾਂ ਸੰਤਾਂ ਦੇ ਲਾਏ ਜਾਂਦੇ ਜਿਹੜੇ ਬਿਲਕੁਲ ਸੱਚੇ ਸੁੱਚੇ ਹੁੰਦੇ ਆ, ਰੂਹਾਨੀਅਤ ਦੇ ਮਾਲਕ ਹੁੰਦੇ ਆ, ਜਿਨ੍ਹਾਂ ਨੇ ਕਿਸੇ ਦੁਨੀਆਦਾਰੀ ਤੋਂ ਕੁਝ ਲੈਣਾ ਨਹੀਂ ਹੁੰਦਾ, ਜਾਂ ਦੁਨੀਆਦਾਰੀ ਦੇ ਵਿੱਚ ਕੋਈ ਵੀ ਉਹਨਾਂ ਦਾ ਰੋਲ ਨਹੀਂ ਹੁੰਦਾ। ਦੁਨੀਆਦਾਰੀ ਦੇ ਵਿੱਚ ਇੱਕ ਭਲਾਈ ਦਾ ਕਾਰਜ ਹੀ ਕਰਨ ਸੰਤ ਆਉਂਦੇ ਆ ਜਗਤ ਦੇ ਵਿੱਚ। ਤੁਹਾਨੂੰ ਐਵੇਂ ਕਿਉਂ ਲੱਗਦਾ ਸਰ ਵੀ ਝੂਠੇ ਰੋਪ ਲਗਾਏ ਜਾ ਰਹੇ ਆ? ਝੂਠੇ ਅੱਜ ਤੋਂ ਕਾਫੀ ਸਮਾਂ ਪਹਿਲਾਂ ਜਦੋਂ ਗੁਰੂ ਨਾਨਕ ਦੇਵ ਜੀ ਸੀ, ਜਾਂ ਉਸ ਤੋਂ ਬਾਅਦ ਵੀ ਇੰਨੇ ਫਕੀਰ ਹੋਏ, ਸਾਰਿਆਂ 'ਤੇ ਦੋਸ਼ ਲਾਏ ਗਏ ਆ। ਉਸ ਸਮੇਂ ਲੋਕਾਂ ਦੀ ਸਮਝ ਸੀ ਜਾਂ ਘੱਟ ਸੀ ਜਾਂ ਕਿਵੇਂ ਲਾ ਲਓ। ਅੱਜ ਦਾ ਜੋ ਮੀਡੀਆ ਹੈ, ਮੀਡੀਆ ਸਮਝ ਲਓ, ਠੀਕ ਹੈ, ਅੱਜ ਦੀ ਜੋ ਦੌੜ ਹੈ ਦੁਨੀਆ ਦੀ, ਜਾਂ ਪੜ੍ਹਾਈ ਲਿਖਾਈ ਆ, ਲੋਕ ਹਰ ਕੋਈ ਸਮਝ ਗਿਆ ਵੀ ਚੰਗਾ ਕਾਰਜ ਕਿਹੋ ਜਿਹਾ ਅਤੇ ਮਾੜਾ ਕਿਹੋ ਜਿਹਾ ਕਾਰਜ। ਜਿਹੜੇ ਸੰਤਾਂ ਨੇ ਇੰਨੇ ਭਲਾਈ ਦੇ ਕਾਰਜ ਕੀਤੇ ਹੋਣ ਅਤੇ ਉਹਨਾਂ ਦੇ ਦੋਸ਼ ਕਿਵੇਂ ਲਾਉਂਦੇ ਆ ਲੋਕ, ਇਹ ਤਾਂ ਆਮ ਤੋਂ ਆਮ ਬੱਚੇ ਨੂੰ ਵੀ ਸਮਝ ਆਉਣ ਲੱਗ ਗਈ ਆ ਹੁਣ ਵੀ ਡੇਰਾ ਬਿਲਕੁਲ ਸਹੀ ਸੀ, ਸੰਤ ਬਿਲਕੁਲ ਸੱਚੇ ਸੀ। ਪਰੰਤੂ ਜਿਹੜੇ ਲੋਕ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਜਾਂ ਹੋਰ ਨਜਾਇਜ਼ ਕਾਰਜ ਕਰਨ ਵਾਲੇ, ਉਹ ਲੋਕਾਂ ਦੀ ਕਮਾਈ ਬੰਦ ਹੋਣ ਦੇ ਸਾਧਨ ਕਗਾਰ 'ਤੇ ਆ ਗਈ ਸੀ, ਜਿਸ ਕਰਕੇ ਉਹਨਾਂ ਨੇ ਇਹੋ ਜਿਹੇ ਦੋਸ਼ ਲਾ ਕੇ ਸੰਤਾਂ ਨੂੰ ਜੇਲ੍ਹ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਗੁਰੂ ਜੀ ਨੇ ਕੰਮ ਕੀ ਕੀਤੇ ਸਰ ਭਲਾਈ ਦੇ? ਭਲਾਈ ਦੇ ਦੇਖੋ, ਸ਼੍ਰੀ ਰਾਮਚੰਦਰ ਜੀ ਜਦੋਂ ਬਨਵਾਸ ਗਏ ਸੀ, ਉਹਨਾਂ ਦੇ ਮਗਰ ਸਾਰੀ ਪਰਜਾ ਚਲੀ ਗਈ। ਜਦੋਂ ਉਹਨਾਂ ਦੇ ਮਗਰ ਸਾਰੀ ਪਰਜਾ ਚਲੀ ਗਈ ਤੇ ਉਹਨਾਂ ਨੇ ਜਦੋਂ ਬਨਵਾਸ ਦਾ ਰਸਤਾ ਜਿੱਥੋਂ ਸ਼ੁਰੂ ਹੁੰਦਾ ਸੀ, ਆਪਣੇ ਉਹਨਾਂ ਦੇ ਰਾਜ ਦੀ ਜੂਹ ਜਿੱਥੋਂ ਸ਼ੁਰੂ ਹੋ ਗਈ ਸੀ, ਖਤਮ ਹੋ ਗਈ ਸੀ, ਉਸ ਜੂਹ 'ਤੇ ਉਹਨਾਂ ਨੇ ਖੜ੍ਹ ਕੇ ਕਿਹਾ ਵੀ ਤੁਸੀਂ ਹੁਣ ਜਿਹੜੀ ਪਬਲਿਕ ਹੈ ਸਾਰੇ ਵਾਪਸ ਚਲੇ ਜਾਓ, ਜਿੰਨੇ ਵੀ ਮਰਦ ਜਾਂ ਲੇਡੀਜ਼ ਹੈ ਉਹ ਸਾਰੇ ਵਾਪਸ ਚਲੇ ਜਾਓ। ਉਹ ਸਾਰੀ ਪਬਲਿਕ ਜਿਹੜੀ ਆ ਵਾਪਸ ਆ ਗਈ। ਪਰ ਤੀਸਰੇ ਜਿਹੜਾ ਜੈਂਡਰ ਸੀ, ਤੀਸਰੇ
ਸੀ ਉਹਨਾਂ ਨੂੰ, ਜਿਨ੍ਹਾਂ ਨੂੰ ਆਪਾਂ ਆਮ ਪੰਜਾਬੀ ਦੇ ਵਿੱਚ ਖੁਸਰੇ ਕਹਿ ਦਿੰਦੇ ਆ, ਉਹ ਕੌਮ ਉੱਥੇ ਹੀ ਖੜੀ ਰਹੀ। ਜਦੋਂ ਸ਼੍ਰੀ ਰਾਮ ਚੰਦਰ ਜੀ 14 ਸਾਲ ਬਾਅਦ ਬਨਵਾਸ ਕੱਟ ਕੇ ਆਏ ਵਾਪਸ, ਤੇ ਜਦੋਂ ਆ ਕੇ ਉਹਨਾਂ ਨੇ ਪੁੱਛਿਆ ਵੀ ਤੁਸੀਂ ਭਾਈ ਤੁਸੀਂ ਵਾਪਸ ਨਹੀਂ ਗਏ, ਉਹ ਕਹਿੰਦੇ ਜੀ ਤੁਸੀਂ ਹੁਕਮ ਕੀਤਾ ਸੀ ਵੀ ਮਰਦ ਅਤੇ ਔਰਤਾਂ ਜਿਹੜੇ ਆ ਵਾਪਸ ਚਲੇ ਜਾਓ। ਉਹ ਕਹਿੰਦੇ ਵੀ ਅਸੀਂ ਨਾ ਤਾਂ ਮਰਦ ਦੇ ਵਿੱਚ ਆਉਂਦੇ ਨਾ ਔਰਤ ਦੇ ਵਿੱਚ ਆਉਂਦੇ, ਅਸੀਂ ਇਸ ਕਰਕੇ ਵੀ ਇੱਥੇ ਤੁਹਾਡੀ ਵੇਟ ਕਰ ਰਹੇ ਆ। ਤੇ ਫਿਰ ਉਹਨਾਂ ਨੇ ਸ਼੍ਰੀ ਰਾਮ ਚੰਦਰ ਜੀ ਨੇ ਫਰਮਾਇਆ ਵੀ ਤੁਹਾਡਾ ਕਲਯੁਗ ਦੇ ਵਿੱਚ ਆਧਾਰ ਕਰਾਂਗੇ। ਉਹ ਆਧਾਰ ਤੁਹਾਡੇ ਸਾਹਮਣੇ ਆ, ਲਿਖਤੀ ਪੜਤੀ ਹੈ। ਇਹਨਾਂ ਸੰਤਾਂ ਨੇ ਮਾਤਾ ਜੀ ਵੱਲੋਂ ਜਿਹੜੀ ਪਟੀਸ਼ਨ ਪਾਈ ਗਈ ਸੀ, ਉਹਦੇ ਆਧਾਰ 'ਤੇ ਇਹਨਾਂ ਸੰਤਾਂ ਦੀ ਬਦੌਲਤੀ ਜਿਹੜਾ ਉਹ ਤੀਸਰਾ ਜੈਂਡਰ ਹੈ ਉਹਨਾਂ ਨੂੰ ਮਾਨਤਾ ਮਿਲੀ ਹੈ। ਪੂਰੇ ਵਰਲਡ ਦੇ ਵਿੱਚ ਕੋਈ ਇਹੋ ਜਿਹਾ ਦੁਨੀਆ ਦੇ ਵਿੱਚ ਨਹੀਂ ਹੈ ਜਿਹੜਾ ਕਿਸੇ ਇਹੋ ਜਿਹਾ ਕਾਰਜ ਕਰ ਸਕਦਾ ਹੋਵੇ ਜਾਂ ਮਾਨਤਾ ਦਵਾ ਸਕਦਾ ਹੋਵੇ। ਕੀ ਤੁਹਾਨੂੰ ਲੱਗਦਾ ਵੀ ਸਾਡੇ ਦੇਸ਼ ਦੀ ਤਰੱਕੀ 'ਚ ਵੀ ਕੋਈ ਹੱਥ ਹੈ ਸੈਂਟ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜਿੰਸਾ ਦਾ? ਹਾਂਜੀ, ਤਰੱਕੀ 'ਚ ਹੱਥ ਕੀ ਹੈ, ਤੁਹਾਨੂੰ ਇੱਕ ਹੋਰ ਵਾਕਿਆ ਦੱਸਦਾ। ਜਦੋਂ ਕਾਰਗਿਲ ਦੀ ਜੰਗ ਹੋਈ, ਕਾਰਗਿਲ ਦੀ ਜੰਗ ਤੱਕ ਆਪਣੇ ਦੇਸ਼ ਦੀ ਆਰਮੀ ਕੋਲੇ ਕੋਈ ਵੀ ਬਲੱਡ ਬੈਂਕ ਨਹੀਂ ਸੀ। ਕਾਰਗਿਲ ਦੀ ਜੰਗ ਜਿਸ ਸਮੇਂ ਹੋਈ ਸੀ, ਉਸ ਸਮੇਂ ਤੱਕ ਆਪਣੇ ਦੇਸ਼ ਕੋਲੇ ਕੋਈ ਵੀ ਵੱਡੇ ਲੈਵਲ 'ਤੇ ਬਲੱਡ ਬੈਂਕ ਨਹੀਂ ਸੀ। ਸੰਤਾਂ ਦੀ ਸੇਧ ਦੇ ਕਾਰਨ ਹੀ ਉਹਨਾਂ ਨੇ ਇੱਕ ਸੈਂਟਰ ਦੇ ਵਿੱਚ ਦਿੱਲੀ ਵਿਖੇ ਇੱਕ ਬਹੁਤ ਵੱਡੀ ਬਲੱਡ ਬੈਂਕ ਬਣਾਈ, ਤੇ ਡੇਰੇ ਤੋਂ ਹਰ 15 ਦਿਨਾਂ ਬਾਅਦ ਜਾਂ 8 ਦਿਨ ਬਾਅਦ ਹੀ ਸੈਂਕੜਿਆਂ ਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਲੱਡ ਦੀਆਂ ਜਿਹੜੀਆਂ ਪੈਕੇਜ ਜਾਂਦੇ ਸੀਗੇ। ਉਹੀ ਬਲੱਡ ਜਿਹੜੇ ਕਾਰਗਿਲ ਜੰਗ ਦੇ ਵਿੱਚ ਕੰਮ, ਉਹੀ ਬਲੱਡ ਦੇ ਜਿਹੜੀਆਂ ਥੈਲੀਆਂ ਉਹ ਕੰਮ ਆਈਆਂ। ਹੋਰ ਥੈਲੇਸੀਮੀਆ ਦੇ ਮਰੀਜ਼ਾਂ ਵਾਸਤੇ ਵੀ ਬਲੱਡ ਜਿਹੜਾ ਡੇਰੇ ਤੋਂ ਪ੍ਰੋਵਾਈਡ ਕੀਤਾ ਜਾਂਦਾ ਸੀ। ਡੇਰੇ ਦੇ ਪ੍ਰੇਮੀ ਇੰਨੇ ਸੇਵਾ ਭਾਵਕ ਹੈ ਕਿ ਇਹਨਾਂ ਨੂੰ ਸੱਚੇ ਸੌਦੇ ਦੇ ਵਿੱਚ ਹਜ਼ੂਰ ਪਿਤਾ ਜੀ ਨੇ ਟਰੂ ਬਲੱਡ ਪੰਪ ਦਾ ਨਾਂ ਖਿਤਾਬ ਦਿੱਤਾ ਹੋਇਆ ਹੈ। ਇਹੋ ਜਿਹੇ ਕਾਰਜ ਹੋਰ ਕਿਸੇ ਵੀ ਜਨਸੰਖਿਆ ਦੇ ਵਿੱਚ, ਕਿਸੇ ਵੀ ਦੇਸ਼ ਦੇ ਵਿੱਚ ਨਹੀਂ ਹੋ ਸਕਿਆ। ਸਰ ਜਿਹੜੇ ਦਿਖਾਇਆ ਜਾਂਦਾ ਆਨਲਾਈਨ ਵੀ ਕਾਫੀ ਦੇਖਿਆ ਜਾਂਦਾ ਕਿ ਉਹਨਾਂ ਦੇ ਨਾਮ 79 ਵਰਲਡ ਰਿਕਾਰਡ ਹੈ। ਹਾਂਜੀ, ਉਹਨਾਂ ਦੀ ਸੱਚਾਈ ਕੀ ਹੈ ਸਰ? ਜਿੰਨੇ ਵੀ ਵਰਲਡ ਰਿਕਾਰਡ ਉਹਨਾਂ ਦੇ ਨਾਮ ਬਣੇ ਹੋਏ ਆ ਬਿਲਕੁਲ ਸੱਚੇ ਤੇ ਸੁੱਚੇ ਨੇ। ਔਰ ਗੁਰੂ ਜੀ ਵੀ 32 ਨੈਸ਼ਨਲ ਗੇਮਾਂ ਦੇ ਪਲੇਅਰ ਰਹੇ ਔਰ ਅੱਜ ਵੀ ਦੁਨੀਆ ਦੇ ਸਾਹਮਣੇ ਮੌਜੂਦ ਹੈ। ਔਰ ਵਰਲਡ ਦੇ ਵੱਡੇ ਵੱਡੇ ਖਿਡਾਰੀ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕੇ। ਜਿੰਨੇ ਵਰਲਡ ਦੇ ਰਿਕਾਰਡ ਆ, ਸਿਰਫ ਰਿਕਾਰਡ ਆਪਣੀ ਸ਼ੋਭਾ ਵਾਸਤੇ ਨਹੀਂ ਬਣਾਏ ਗਏ। ਰਿਕਾਰਡ ਜਿੰਨੇ ਵੀ ਰਿਕਾਰਡ ਬਣਾਏ ਆ ਉਹ ਸਾਰੇ ਲੋਕਾਂ ਦੀ ਭਲਾਈ ਕਰਕੇ ਜਾਂ ਲੋਕਾਂ ਦੀ ਭਲਾਈ ਦੇ ਕਾਰਨ ਹੀ ਬਣੇ ਆ। ਕਿ ਅੱਜ ਸਮਾਜ ਨੂੰ ਜ਼ਰੂਰਤ ਹੈ ਸਰ ਗੁਰੂ ਜੀ ਦੀ? ਸਮਾਜ ਨੂੰ ਕੀ, ਹਰ ਬੱਚੇ ਨੂੰ ਜ਼ਰੂਰਤ ਆ। ਪਸ਼ੂ ਪੰਛੀ ਜੀਵ ਜੰਤ ਹਰ ਚੀਜ਼ ਤੜਫ ਰਹੀ ਹੈ। ਉਹਨਾਂ ਤੋਂ ਬਿਨਾਂ ਜਲਦੀ ਤੋਂ ਜਲਦੀ ਗੁਰੂ ਜੀ ਆਉਣ। ਔਰ ਜੇ ਅੱਜ ਜੋ ਦੁਨੀਆ ਦੇ ਵਿੱਚ ਅੱਗ ਮੱਚੀ ਹੈ ਉਹਦਾ ਵੀ ਸਮਾਧਾਨ ਗੁਰੂ ਜੀ ਕਰਨਗੇ ਆ ਕੇ। ਕੀ ਹੋਊਗਾ ਸਰ ਅਗਰ ਗੁਰੂ ਜੀ ਸਮਾਜ 'ਚ ਵਾਪਸ ਆ ਜਾਣਗੇ? ਜੇ ਸਮਾਜ 'ਚ ਵਾਪਸ ਆ ਜਾਣ ਤਾਂ ਸਭ ਤੋਂ ਪਹਿਲਾਂ ਜਿਹੜੇ ਆਮ ਪਰਿਵਾਰ ਹੈ ਜਿਨ੍ਹਾਂ ਦੇ ਅੱਜ ਲਓ ਵੀ ਤੁਸੀਂ ਇੱਕ ਪਰਿਵਾਰ ਦੇ ਵਿੱਚ ਅੱਜ ਇੱਕੋ ਹੀ ਲੜਕਾ ਹੈ ਕਿਸੇ ਦੇ ਜਾਂ ਇੱਕ ਲੜਕੀ ਹੈ, ਉਹਨਾਂ ਦਾ ਜਾਂ ਬੱਚਾ ਜਿਹੜਾ ਨਸ਼ਾ ਕਰਨ ਲੱਗ ਗਿਆ ਤੇ ਨਸ਼ੇ ਦਾ ਕੋਈ ਛੁਟਕਾਰਾ ਨਹੀਂ। ਪਰੰਤੂ ਗੁਰੂ ਜੀ ਦੀ ਐਸੀ ਸਿੱਖਿਆ, ਅਗਰ ਜਿਹੜਾ ਸੱਚੇ ਸੌਦੇ ਇੱਕ ਵਾਰੀ ਆ ਜਾਂਦਾ ਹੈ ਜਾਂ ਇੱਥੋਂ ਨਾਮ ਲੈ ਜਾਂਦਾ ਹੈ, ਉਹ ਨਸ਼ੇ ਨੂੰ ਮੂੰਹ ਤੱਕਦਾ ਵੀ ਨਹੀਂ ਉਧਰ ਨੂੰ। ਤੇ ਉਹਨਾਂ ਦਾ ਪਰਿਵਾਰ ਕਿੰਨਾ ਸੁਖੀ ਹੋਊਗਾ। ਜਿਹੜੇ ਨੇ ਅੱਜ ਬੱਚੇ ਮਰ ਰਹੇ ਆ, ਨਸ਼ਾ ਕਰਕੇ ਮਰ ਰਹੇ ਆ ਜਾਂ ਹੋਰ ਕਰ ਰਹੇ ਆ, ਉਹਨਾਂ ਨੂੰ ਪੁੱਛੋ ਵੀ ਕਿੰਨੇ ਪਰਿਵਾਰ ਦੁਖੀ ਨੇ। ਤੇ ਜਿਨ੍ਹਾਂ ਦੇ ਬੱਚੇ ਨਸ਼ਾ ਛੱਡ ਗਏ ਅੱਜ ਆਰਾਮ ਦੀ ਜ਼ਿੰਦਗੀ ਜੀ ਰਿਹਾ, ਉਹਨਾਂ ਨੂੰ ਪੁੱਛੋ ਵੀ ਤੁਹਾਡਾ ਸੱਚੇ ਸੌਦੇ ਨੇ ਕੀਤਾ ਕੀ ਹੈ। ਸੱਚੇ ਸੌਦੇ ਬਿਨਾਂ ਤਾਂ ਇੱਕ ਪਲ ਵੀ ਅੱਜ ਕੱਲ੍ਹ ਬਹੁਤ ਔਖਾ ਜੀਣਾ। ਹਰ ਇੱਕ ਦੇ ਸਾਨੂੰ ਤਾਂ ਹਰ ਇੱਕ ਨੂੰ ਇਹੀ ਹੈ ਵੀ ਜੇ ਜਲਦੀ ਤੋਂ ਜਲਦੀ ਗੁਰੂ ਜੀ ਆਉਣ। ਅੱਜ ਜੋ ਸਮਾਜ ਦੇ ਵਿੱਚ ਅੱਗ ਲੱਗੀ ਹੈ ਉਹਨੂੰ ਸ਼ਾਂਤ ਕਰਨ। ਸਰ ਤੁਸੀਂ ਸਮਾਜ ਦੇ ਲੋਕਾਂ ਨੂੰ ਕੀ ਆਪਦੀ ਵੀਡੀਓ ਦੁਆਰਾ ਮੈਸੇਜ ਦੋਗੇ ਜਿਨ੍ਹਾਂ ਨੇ ਡੇਰਾ ਸੱਚਾ ਸੌਦਾ ਨੂੰ ਜਾਂ ਗੁਰੂ ਜੀ ਨੂੰ ਸਿਰਫ ਮੀਡੀਆ ਦੁਆਰਾ ਹੀ ਦੇਖਿਆ, ਉਹਦੇ ਦੁਆਰਾ ਹੀ ਜੋ ਜਾਣਦੇ ਨੇ? ਮੈਂ ਸਾਰੇ ਸਮਾਜ ਨੂੰ ਇਹੀ ਕਹਿਣਾ ਚਾਹੂੰਗਾ ਵੀ ਸਮਾਜ ਦੇ ਵਿੱਚ ਰਹਿੰਦੇ ਹੋਏ ਤੁਸੀਂ ਪਿਛਲੇ ਇਤਿਹਾਸ 'ਤੇ ਨਜ਼ਰ ਮਾਰ ਕੇ ਦੇਖੋ। ਇਤਿਹਾਸ ਦੇ ਵਿੱਚ ਜੋ ਗੁਰੂਆਂ ਨਾਲ ਹੋਇਆ ਉਹ
ਸਭ ਦੇ ਸਾਹਮਣੇ ਹੈ। ਉਹ ਤੋਂ ਬਾਅਦ ਕੀ ਹੋਇਆ ਉਹ ਵੀ ਸਭ ਦੇ ਸਾਹਮਣੇ ਹੈ। ਅੱਜ ਜੋ ਡੇਰੇ ਦੇ ਪ੍ਰਤੀ ਲੋਕ ਸ਼ਰਧਾ ਭਾਵਨਾ ਰੱਖਦੇ ਆ ਉਹਨਾਂ ਦੇ ਅੱਜ ਵੀ ਬੈਸਟ ਕਾਰਜ ਹੋ ਰਹੇ ਆ। ਜਿਹੜੇ ਲੋਕ ਡੇਰੇ ਦੇ ਪ੍ਰਤੀ ਸ਼ਰਧਾ ਭਾਵਨਾ ਨਹੀਂ ਰੱਖਦੇ ਜਾਂ ਕਬੋਲ ਬੋਲਦੇ ਨੇ ਉਹਨਾਂ ਨਾਲ ਦਾ ਹਸ਼ਰ ਜਿਹੜਾ ਬਹੁਤ ਮਾੜਾ ਹੋ ਰਿਹਾ ਹੈ। ਇਸ ਕਰਕੇ ਕਿਸੇ ਵੀ ਧਾਰਮਿਕ ਜਗ੍ਹਾ ਨੂੰ, ਕਿਸ ਧਾਰਮਿਕ ਸੰਸਥਾ ਨੂੰ, ਚਾਹੇ ਉਹ ਕੋਈ ਵੀ ਧਰਮ ਹੋਵੇ, ਜਿੱਥੇ ਗੁਰੂ ਪੀਰ ਪੈਗੰਬਰ ਨੇ ਪਹਿਲਾਂ ਕਦੇ ਚਰਨ ਵੀ ਪਾਏ ਆ ਨਾ, ਉਸ ਧਰਤੀ ਨੂੰ ਵੀ ਨਮਸਕਾਰ ਕਰਨੀ ਚਾਹੀਦੀ ਹੈ ਔਰ ਮਾੜਾ ਨਹੀਂ ਕਰਨਾ ਚਾਹੀਦਾ। ਔਰ ਸਮਾਜ ਦੇ ਵਿੱਚ ਜਿੰਨੇ ਵੀ ਕੋਈ ਧਾਰਮਿਕ ਲੋਕ ਹੈ ਜਿਹੜੇ ਆਪਣੇ ਆਪ ਨੂੰ ਧਾਰਮਿਕ ਲੋਕ ਸਮਝਦੇ ਆ, ਉਹ ਆਪਣੇ ਹੀ ਧਰਮ ਨੂੰ ਜੇ ਸਹੀ ਤਰੀਕੇ ਨਾਲ ਮੰਨ ਕੇ ਤੇ ਸਹੀ ਉਸ 'ਤੇ ਅਮਲ ਕਰਨ ਤੇ ਸਮਾਜ ਦੇ ਵਿੱਚ ਅੱਜ ਵੀ ਜੋ ਸੱਚਾ ਰਾਜ ਹੋ ਸਕਦਾ, ਅੱਜ ਵੀ ਸਮਾਜ ਸੌਖੀ ਜ਼ਿੰਦਗੀ ਜੀ ਸਕਦਾ। ਕੀ ਮੰਗ ਕਰੋਗੇ ਸਰਕਾਰ ਤੋਂ ਸਰ ਤੁਸੀਂ? ਮੈਂ ਤਾਂ ਸਰਕਾਰ ਤੋਂ ਇਹੀ ਮੰਗ ਕਰਦਾ ਵੀ ਸਰਕਾਰ ਇਹੋ ਜਿਹੇ ਸਾਧੂ ਸੰਤ ਮਹਾਤਮਾ ਤੋਂ ਜਿਨ੍ਹਾਂ ਨਾਲ ਪੂਰੇ ਦੇਸ਼ ਦਾ ਭਲਾ ਹੋ ਸਕਦਾ ਹੈ, ਕੋਈ ਚੰਗੇ ਕਾਰਜਾਂ ਵਾਸਤੇ ਜਾਂ ਸਮਾਜ ਦੇ ਭਲਾਈ ਵਾਸਤੇ ਜਾਂ ਉਹਨਾਂ ਰੂਹਾਂ ਵਾਸਤੇ ਜੋ ਸਤਿਗੁਰ ਨੂੰ ਦੇਖਣ ਲਈ ਵੀ ਤੜਫ ਰਹੀਆਂ ਨੇ, ਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਵਾਪਸ ਭੇਜਣ ਔਰ ਜੋ ਨਜਾਇਜ਼ ਲਾਸ਼ਾਂ ਲਾਏ ਗਏ ਹਨ ਉਹਨਾਂ ਤੋਂ ਮੁਕਤ ਕਰਨ। ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਸਾਡੇ ਨਾਲ ਜੁੜਨ ਲਈ ਔਰ ਡੇਰਾ ਸੱਚਾ ਸੌਦਾ ਔਰ ਸੈਂਟ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੈਂਸਾ ਲਈ ਜੋ ਫੈਕਟ ਹੈ ਉਹ ਸਾਡੇ ਸਾਹਮਣੇ ਰੱਖਣ ਲਈ। ਦੋਸਤੋ ਲਗਾਤਾਰ ਅਸੀਂ ਤੁਹਾਨੂੰ ਫੈਕਟਸ ਦੇ ਨਾਲ ਰੂਬਰੂ ਕਰਵਾ ਰਹੇ ਹਾਂ, ਪਬਲਿਕ ਨਾਲ ਡਾਇਰੈਕਟ ਗੱਲਬਾਤ ਕਰਵਾ ਰਹੇ ਹਾਂ ਜਿਹੜੇ ਡੇਰਾ ਸੱਚਾ ਸੌਦਾ ਨੂੰ ਬਹੁਤ ਨਜ਼ਦੀਕ ਤੋਂ ਜਾਣਦੇ ਹਨ। ਇਹਨਾਂ ਦਾ ਕਹਿਣਾ ਹੈ ਕਿ ਜਿੰਨੇ ਵੀ ਆਰੋਪ, ਜਿੰਨੇ ਵੀ ਐਲੀਗੇਸ਼ਨਸ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜਿੰਸਾ ਦੇ ਉੱਪਰ ਲਗਾਏ ਜਾ ਰਹੇ ਹੈ, ਇਹ ਸਭ ਝੂਠੇ ਹੈ ਤੇ ਅੱਜ ਇਸ ਦੇਸ਼ ਨੂੰ, ਇਸ ਸਮਾਜ ਨੂੰ ਗੁਰੂ ਜੀ ਦੀ ਸਖਤ ਜ਼ਰੂਰਤ ਹੈ। ਖੁੱਲੇ ਦਿਮਾਗ ਨਾਲ ਜ਼ਰੂਰ ਸੋਚੋ ਤੇ ਆਪਣੀ ਰਾਏ ਕਮੈਂਟ ਬਾਕਸ ਜ਼ਰੂਰ ਪਾਓ। ਦੇਖਦੇ ਰਹੋ ਦ ਫੈਕਟ ਹੈ ਔਰ ਸੱਚ ਦਾ ਸਾਥ ਦੇਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਬਹੁਤ ਬਹੁਤ ਧੰਨਵਾਦ।